Welcome back student. This is the second video. Due to some problem I am going to make the second video of the factors which are affecting the wages. In the previous video we have discussed the new chapter, the meaning of the compensation and wage rates, and the definition and the various factors of the which are going to affect the wage rates. Now we are discussing that is the productivity. Productivity की हुंदी है जी? Productivity is the contribution of workers and other factors in the increased output. ਪ੍ਰੋਡਕਟਿਵਿਟੀ ਜਿਹੜੀ ਹੁੰਦੀ ਹੈ ਹਮੇਸ਼ਾ ਵਰਕਰਸ ਨੂੰ ਮਤਲਬ ਕੰਟਰੀਬਿਊਸ਼ਨ ਕਰਦੀ ਹੈ, ਠੀਕ ਹੈ। ਕਿਸੇ ਨਾ ਕਿਸੇ ਪ੍ਰੋਡਕਟਿਵਿਟੀ ਜਿਹੜੀ ਹੋਏਗੀ ਵਰਕਰਸ ਦੇ ਵਰਕ ਦੇ ਵਿੱਚ ਕੰਟਰੀਬਿਊਟ ਕਰੇਗੀ, ਜਾਂ ਅਲੱਗ-ਅਲੱਗ ਫੈਕਟਰਸ ਜਿਹੜੇ ਹੋਣਗੇ ਉਹ ਵੀ ਕੰਟਰੀਬਿਊਟ ਕਰਦੇ ਨੇ ਕਿ ਤੁਸੀਂ ਪ੍ਰੋਡਕਟ ਆਊਟਪੁੱਟ ਨੂੰ ਕਿੱਦਾਂ ਇੰਕਰੀਜ਼ ਕਰ ਸਕਦੇ ਹੋ। ਇਟ ਵਿਲ ਯੀਲਡ ਹਾਇਰ ਪ੍ਰੋਫਿਟਸ ਫॉर द ਆਰਗੇਨਾਈਜੇਸ਼ਨ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਕਿ ਪ੍ਰੋਫਿਟ ਜਿਹੜੇ ਹੁੰਦੇ ਨੇ ਆਰਗੇਨਾਈਜੇਸ਼ਨ ਦੇ ਉਹ ਇੰਕਰੀਜ਼ ਹੁੰਦੇ ਨੇ। ਸਮ ਆਰਗੇਨਾਈਜੇਸ਼ਨਸ ਸ਼ੇਅਰ ਦ ਬੈਨੀਫਿਟਸ ਆਫ ਸੱਚ ਇੰਕਰੀਜ਼ਡ ਪ੍ਰੋਡਕਟਿਵਿਟੀ ਵਿਦ ਦ ਲੇਬਰ ਫੋਰਸ ਬਾਈ ਵੇ ਆਫ ਬੋਨਸ ਔਰ ਇੰਕਰੀਜ਼ ਇਨ ਵੇਜ ਰੇਟ, ਠੀਕ ਹੈ ਜੀ। ਕਹਿੰਦੇ ਕਈ ਵਾਰ ਕੀ ਹੁੰਦਾ ਕਿ ਜਿਹੜੇ ਮਤਲਬ ਸਾਡੇ ਆਰਗੇਨਾਈਜੇਸ਼ਨਸ ਹੁੰਦੇ ਨੇ ਉਹ ਇੰਕਰੀਜ਼ ਪ੍ਰੋਡਕਟਿਵਿਟੀ ਦੇ ਨਾਲ ਕੀ ਹੁੰਦਾ ਕਿ ਜਿਹੜੀ ਲੇਬਰ ਫੋਰਸ ਹੋਏਗੀ, ਠੀਕ ਹੈ, ਉਹਨਾਂ ਨੂੰ ਅਗਰ ਪ੍ਰੋਡਕਟਿਵਿਟੀ ਵੀ ਹੈਵ ਆਲਰੇਡੀ ਡਿਸਕਸ ਇਨ ਦ ਪ੍ਰੀਵੀਅਸ ਚੈਪਟਰਸ ਆਲਸੋ। ਪ੍ਰੋਡਕਟਿਵਿਟੀ ਦਾ ਮਤਲਬ ਕੀ ਹੁੰਦਾ ਕਿ ਅਗਰ ਕੋਈ ਇੰਪਲੋਈ, ਠੀਕ ਹੈ, ਜ਼ਿਆਦਾ ਆਊਟਪੁੱਟ ਪ੍ਰੋਵਾਈਡ ਕਰ ਰਿਹਾ, ਠੀਕ ਹੈ, ਨੰਬਰ ਆਫ ਆਰਸ ਕੰਮ ਘੱਟ ਕਰਨ ਦੇ ਨਾਲ ਕੋਸਟ ਸਾਨੂੰ ਘੱਟ ਤੋਂ ਘੱਟ ਪੈ ਰਹੀ ਹੈ ਐਂਡ ਸਾਨੂੰ ਖਰਚਾ ਘੱਟ ਤੋਂ ਘੱਟ ਪੈ ਰਿਹਾ, ਜਿਹਦੇ ਨਾਲ ਕੀ ਹੋ ਰਿਹਾ ਕਿ ਆਊਟਪੁੱਟ ਸਾਨੂੰ ਮੈਕਸਿਮਮ ਮਿਲ ਰਹੀ ਹੈ। ਤਾਂ ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਆਰਗੇਨਾਈਜੇਸ਼ਨ ਹੋਏਗੀ ਕੀ ਕਰੇਗੀ, ਲੇਬਰ ਫੋਰਸ ਨੂੰ ਮਤਲਬ ਜਿਹੜੀ ਲੇਬਰ ਇੰਪਲੋਈਜ਼ ਹੋਣਗੇ ਉਹਨਾਂ ਨੂੰ ਕੀ ਕਰੇਗੀ, ਬੋਨਸ ਪ੍ਰੋਵਾਈਡ ਕਰੇਗੀ ਅਤੇ ਵੇਜ ਰੇਟਸ ਜਿਹੜੇ ਹੋਣਗੇ ਇੰਕਰੀਜ਼ ਪ੍ਰੋਵਾਈਡ ਕਰ ਦੇਗੀ, ਕਿਉਂਕਿ ਆਊਟਪੁੱਟ ਉਹਨਾਂ ਦੀ ਇੰਕਰੀਜ਼ ਹੋ ਰਹੀ ਹੈ, ਉਹਨਾਂ ਦੇ ਪ੍ਰੋਫਿਟਸ ਜਿਹੜੇ ਨੇ ਇੰਕਰੀਜ਼ ਹੋ ਰਹੇ ਨੇ, ਠੀਕ ਹੈ ਜੀ। ਇਨ ਸੱਚ ਸਿਚੁਏਸ਼ਨਸ ਦ ਵੇਜ ਰੇਟਸ ਆਫ ਦ ਵਰਕਰਸ ਇੰਕਰੀਜ਼। ਤਾਂ ਇਹਦੇ ਨਾਲ ਕੀ ਹੋਏਗਾ, ਵੇਜ ਰੇਟਸ ਜਿਹੜੀ ਆਟੋਮੈਟਿਕਲੀ ਇੰਕਰੀਜ਼ ਕਰ ਜਾਣਗੇ। ਅਗਰ ਪ੍ਰੋਡਕਟਿਵਿਟੀ ਡਾਊਨ ਚੱਲ ਰਹੀ ਹੈ, ਠੀਕ ਹੈ, ਆਊਟਪੁੱਟ ਉਹਨਾਂ ਦੀ ਡਾਊਨ ਦੇ ਰਹੇ ਨੇ, ਮਤਲਬ ਇੰਨੀ ਜ਼ਿਆਦਾ ਇੰਕਰੀਜ਼ਡ ਆਊਟਪੁੱਟ ਫਾਰਮ 'ਚ ਨਹੀਂ ਪ੍ਰੋਵਾਈਡ ਕਰ ਰਹੇ, ਤਾਂ ਓਬਵੀਅਸ ਹੈ ਕਿ ਵੇਜ ਰੇਟ ਜਿਹੜੇ ਹੋਣਗੇ ਕੀ ਹੋਣਗੀਆਂ, ਘੱਟ ਰੇਟ ਸਾਨੂੰ ਪ੍ਰੋਵਾਈਡ ਕੀਤੇ ਜਾਣਗੇ। ਨੈਕਸਟ ਆ ਜਾਂਦਾ ਬਾਰਗੇਨਿੰਗ ਆਫ ਦਾ ਟ੍ਰੇਡ ਯੂਨੀਅਨਸ। ਕਹਿੰਦੇ ਬਾਰਗੇਨਿੰਗ ਜਿਹੜੀ ਹੁੰਦੀ ਹੈ ਟ੍ਰੇਡ ਯੂਨੀਅਨਸ ਦੀ, ਡਿਫਰੈਂਟ ਗਰੁੱਪ ਮੈਂਬਰਸ ਦੀ ਜਿਹੜੇ ਆਪਣੇ ਇੰਪਲੋਈਜ਼ ਦੇ ਗਰੁੱਪਸ ਬਣੇ ਹੁੰਦੇ ਨੇ, ਯੂਨੀਅਨਸ ਬਣੀਆਂ ਹੁੰਦੀਆਂ ਨੇ, ਠੀਕ ਹੈ, ਉਹਨਾਂ 'ਤੇ ਵੀ ਡਿਪੈਂਡ ਕਰਦੇ ਕਿ ਵੇਜ ਰੇਟ ਕਿੱਦਾਂ ਡਿਟਰਮਿਨ ਕੀਤੇ ਜਾਣਗੇ। ਇਫ ਦ ਬਾਰਗੇਨਿੰਗ ਪਾਵਰ ਆਫ ਦ ਟ੍ਰੇਡ ਯੂਨੀਅਨ ਇਜ਼ ਸਟਰੋਂਗ ਦੈਨ ਇਟ ਮੇ ਡਿਮਾਂਡ ਹਾਇਰ ਵੇਜਸ ਫॉर द ਵਰਕਰਸ ਫਰਮ द ਆਰਗੇਨਾਈਜੇਸ਼ਨ। ਅਗਰ ਬਾਰਗੇਨਿੰਗ ਪਾਵਰ ਉਹਨਾਂ ਦੀ ਸਟਰੋਂਗ ਹੈ ਤਾਂ ਟ੍ਰੇਡ ਯੂਨੀਅਨਸ ਹਮੇਸ਼ਾ ਡਿਮਾਂਡ ਕਰਦੀਆਂ ਨੇ ਕਿ ਸਾਨੂੰ ਜ਼ਿਆਦਾ ਵੇਜ ਰੇਟਸ ਪ੍ਰੋਵਾਈਡ ਕੀਤੇ ਜਾਣ, ਠੀਕ ਹੈ ਜੀ। ਔਨ ਦ ਅਦਰ ਹੈਂਡ ਇਫ ਦ ਬਾਰਗੇਨਿੰਗ ਪਾਵਰ ਆਫ ਦ ਟ੍ਰੇਡ ਯੂਨੀਅਨ ਇਜ਼ ਵੀਕ ਡਿਊ ਟੂ ਦ ਆਰਗੇਨਾਈਜੇਸ਼ਨ डिसऑर्गेनाइजेशन एंड डिसयूनिटी ऑफ द वर्कर्स, ठीक है जी। अगर कहते बारगेनिंग जी पावर है वो ट्रेड यूनियन की मतलब इन्नी ज़्यादा स्ट्रोंग नहीं है, क्योंकि वर्कर्स के की है जी आपस के एकता नहीं है, यूनिटी नहीं है, ठीक है जी। दैन ऑर्गेनाइजेशन की होएगी, सक्सैसफुल होएगी हमेशा लोअर वेजेस प्रोवाइड करने के। सो स्ट्रोंगर द ट्रेड यूनियन हायर विल बी द वेज रेट, ठीक है जी। जिन्नी ज़्यादा स्ट्रोंगर ट्रेड यूनियन होएगी उन्नी ही की होएगी अपनी वेज रेट्स जी होंगे, उन्नी ही सानू ज़्यादा रेट्स प्रोवाइड किए जाएंगे। नैक्सट आ जाता है गवर्नमेंट पॉलिसीज़ एंड रेगूलेशनस। गवर्नमेंट जी होंगी है हमेशा बेस रेट्स में डिटरमाइन करती है, ठीक है। जो भी मतलब रेट्स डिटरमाइन किए जाते हैं तो कोई ना कोई रिस्ट्रिक्शनस रेगूलेशनस जो होंगे ने पास किए जाते हैं गवर्नमेंट द्वारा, उसके बेस पर ही जी ऑर्गेनाइजेशन है, कंपनीज़ ने जड़ियाँ ने अपने लेबरर्स को की प्रोवाइड करदियाँ ने सैलरीज या वेजिज प्रोवाइड करदियाँ ने, ठीक है जी। इन इंडिया मोस्टली मिनिमम वेजिज एक्ट 1948 वॉज पासड विद अ व्यू टू प्रोवाइड द मिनिमम वेजिज टू द वर्कर्स। ਕਹਿੰਦੇ ਇੰਡੀਆ ਦੇ ਵਿੱਚ 1948 ਦੇ ਵਿੱਚ ਇੱਕ ਐਕਟ ਮਤਲਬ ਕਲੀਅਰ ਕੀਤਾ ਗਿਆ ਸੀਗਾ, ਜਾਂ ਆਪਾਂ ਕਹਾਂਗੇ ਕਿ ਪਾਸ ਕੀਤਾ ਗਿਆ ਸੀ, ਜਿਹੜਾ ਇੰਡੀਆ ਦੇ ਵਿੱਚ ਜਿੰਨੇ ਵੀ ਵੇਜਸ ਪ੍ਰੋਵਾਈਡ ਕੀਤੇ ਜਾਂਦੇ ਨੇ ਉਸ ਨੂੰ ਕੰਸੀਡਰ ਕਰਕੇ ਪ੍ਰੋਵਾਈਡ ਕੀਤੇ ਜਾਣਗੇ। ਮਤਲਬ ਇੱਕ ਲਿਮਿਟ ਪ੍ਰੋਵਾਈਡ ਕੀਤੀ ਗਈ ਉਸ ਐਕਟ ਦੇ ਵਿੱਚ, ਉਸ ਲਿਮਿਟ ਤੋਂ ਤੁਸੀਂ ਘੱਟ ਜਿਹੜੀਆਂ ਵੇਜਸ ਨੇ ਡਿਟਰਮਾਈਨ ਮਤਲਬ ਅੱਗੇ ਫਰਦਰ ਪੇ ਨਹੀਂ ਕਰ ਸਕਦੇ। ਇੰਨੀ ਲਿਮਿਟ ਦੱਸਤੀ ਸੀ ਉਹਨਾਂ ਨੇ ਕਿ 100 ਰੁਪੀਜ਼ ਇੱਕ ਘੰਟੇ ਦੇ ਅਗਰ ਮਤਲਬ ਮਿਨੀਮਮ ਵੇਜਸ ਐਕਟ ਦੇ ਵਿੱਚ ਡਿਫਾਈਨ ਕੀਤਾ ਹੋਇਆ, ਤਾਂ ਓਬਵੀਅਸ ਹੈ ਕਿ ਉਸਦੇ ਅਕੋਰਡਿੰਗ ਹੀ ਵੇਜਸ ਜਿਹੜੀਆਂ ਹੋਣਗੀਆਂ ਲੇਬਰਰਸ ਨੂੰ ਪ੍ਰੋਵਾਈਡ ਕਰਨੀਆਂ ਪੈਣਗੀਆਂ। ਸੋ ਗਵਰਨਮੈਂਟ ਪੋਲਿਸੀਜ਼ ਅਤੇ ਰੈਗੂਲੇਸ਼ਨਸ ਜਿਹੜੀਆਂ ਹੋਣਗੀਆਂ ਉਹ ਵੀ ਆਪਾਂ ਨੂੰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਵੇਜ ਰੇਟਸ ਨੂੰ ਡਿਟਰਮਾਈਨ ਕਰਨ ਦੇ ਲਈ। ਨੈਕਸਟ ਆ ਜਾਂਦਾ ਜੀ ਮੈਥਡਸ ਆਫ ਵੇਜ ਪੇਮੈਂਟ। ਮੈਥਡਸ ਆਫ ਵੇਜ ਪੇਮੈਂਟ ਆਪਾਂ ਗੱਲ ਕਰਾਂਗੇ। ਹਮੇਸ਼ਾ ਵੇਜ ਪੇਮੈਂਟ ਦੋ ਬੇਸਿਕ ਮੈਥਡਸ ਜਿਹੜੇ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਟਾਈਮ ਵੇਜ ਹੋ ਗਿਆ ਜਾਂ ਰੇਟ ਸਿਸਟਮ ਹੋ ਗਿਆ। ਇੱਕ ਆ ਜਾਂਦਾ ਜੀ ਪੀਸ ਵੇਜ ਹੋ ਗਿਆ, ਰੇਟ ਸਿਸਟਮ ਹੋ ਗਿਆ। ਟਾਈਮ ਵੇਜ ਰੇਟ ਸਿਸਟਮ ਦਾ ਮਤਲਬ ਕੀ ਹੁੰਦਾ, ਇਹ ਉਹ ਮੈਥਡ ਹੁੰਦਾ ਜਿਹੜਾ ਸਭ ਤੋਂ ਜ਼ਿਆਦਾ ਓਲਡੈਸਟ ਮੈਥਡ ਮੰਨਿਆ ਜਾਂਦਾ, ਠੀਕ ਹੈ ਜੀ। ਜਦੋਂ ਵੀ ਅਸੀਂ ਨੇ ਮਤਲਬ ਕੈਲਕੂਲੇਟ ਕਰਨਾ ਟੋਟਲ ਵੇਜਸ ਨੂੰ, ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਟਾਈਮ ਵੇਜਸ ਹੁੰਦੇ ਨੇ ਉਹ ਹਮੇਸ਼ਾ ਟਾਈਮ ਸਪੈਂਟ ਇਨਟੂ ਦਾ ਰੇਟ ਪਰ ਯੂਨਿਟ ਆਫ ਦਾ ਟਾਈਮ, ਠੀਕ ਹੈ। ਤੁਸੀਂ ਇੱਕ ਘੰਟੇ ਲਈ ਕਿੰਨਾ ਰੇਟ ਡਿਟਰਮਾਈਨ ਕੀਤਾ
ਐਂਡ ਕਿੰਨਾ ਇੱਕ ਲੇਬਰਰ ਨੇ ਕਿੰਨਾ ਟਾਈਮ ਸਪੈਂਡ ਕੀਤਾ ਹੈ ਕੰਮ ਨੂੰ ਕਰਨ ਦੇ ਲਈ। ਸੋ ਵੇਜਿਸ ਜਿਹੜੀਆਂ ਹੋਣਗੀਆਂ ਇਸ ਫਾਰਮੂਲੇ ਦੇ ਅਕੋਰਡਿੰਗਲੀ ਆਪਾਂ ਕੀ ਕਰ ਦਾਂਗੇ, ਡਿਟਰਮਿਨ ਕਰ ਦਾਂਗੇ। ਟਾਈਮ ਨੂੰ ਆਪਾਂ ਟੀ ਦੇ ਅਕੋਰਡਿੰਗਲੀ ਡਿਨੋਟ ਕਰਦੇ ਹਾਂ, ਰੇਟ ਪਰ ਯੂਨਿਟ ਆਫ ਟਾਈਮ ਨੂੰ ਆਰ ਦੇ ਅਕੋਰਡਿੰਗਲੀ ਡਿਨੋਟ ਕਰਦੇ ਹਾਂ। ਸੋ ਡਬਲਿਊ ਦਾ ਮਤਲਬ ਕੀ ਹੁੰਦਾ, ਟਾਈਮ ਵੇਜ ਕਹਿ ਦਾਂਗੇ ਜਾਂ ਵੇਜ ਰੇਟ ਕਹਿ ਦਾਂਗੇ। ਸੋ ਵਰਕਰਸ ਆਰ ਮੇਡ ਪੇਮੈਂਟ ਔਨ ਦ ਬੇਸਿਸ ਆਫ ਦ ਟਾਈਮ ਸਪੈਂਡ ਇਰਰਿਸਪੈਕਟਿਵ ਆਫ ਦ ਆਊਟਪੁੱਟ। ਚਾਹੇ ਉਹ ਜਿੰਨੀ ਮਰਜ਼ੀ ਪ੍ਰੋਡਕਸ਼ਨ ਕਰ ਦੇਣ, ਹਮੇਸ਼ਾ ਉਹਨਾਂ ਨੂੰ ਕਿੰਨਾ ਮਤਲਬ ਪੇਮੈਂਟ ਕੀਤੀ ਜਾਏਗੀ, ਜਿੰਨਾ ਉਹ ਟਾਈਮ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਸਪੈਂਡ ਕਰਨਗੇ। ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਹੁੰਦਾ, ਇਹਦੇ ਯੂਜ਼ਸ ਕੀ ਹੁੰਦੇ ਨੇ। ਠੀਕ ਹੈ, ਇਹ ਹਮੇਸ਼ਾ ਮਤਲਬ ਉਸ ਕੇਸਿਸ ਦੇ ਵਿੱਚ ਫੋਲੋਇੰਗ ਮਤਲਬ ਕੇਸਿਸ ਦੇ ਵਿੱਚ ਯੂਜ਼ਫੁਲ ਹੋਏਗਾ ਜਿੱਥੇ ਕੋਈ ਸਟੈਂਡਰਡ ਯੂਨਿਟ ਆਫ ਆਊਟਪੁੱਟ ਨਹੀਂ ਹੁੰਦਾ। ਠੀਕ ਹੈ, ਕੋਈ ਫਿਕਸ ਨਹੀਂ ਕੀਤੀ ਹੁੰਦੀ ਕਿ ਕਿੰਨੀ ਤੁਸੀਂ ਯੂਨਿਟਸ ਜਿਹੜੀਆਂ ਨੇ ਪ੍ਰੋਡਕਸ਼ਨ ਕਰਨੀ ਹੈ। ਕੁਆਲਿਟੀ ਜਿਹੜੀ ਹੁੰਦੀ ਹੈ ਸੁਪੀਰੀਅਰ ਹੁੰਦੀ ਹੈ ਟੂ ਦਾ ਕੁਆਂਟਿਟੀ। ਠੀਕ ਹੈ, ਕੁਆਲਿਟੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਇਹ ਨਹੀਂ ਮੰਨਿਆ ਜਾਂਦਾ ਕਿ ਤੁਸੀਂ ਨੰਬਰ ਆਫ ਪ੍ਰੋਡਕਟਸ ਨੂੰ ਪ੍ਰੋਡਿਊਸ ਕਰੀ ਜਾਓ ਤੁਸੀਂ ਜ਼ਿਆਦਾ ਪੇਮੈਂਟ ਰਿਸੀਵ ਕਰੋਗੇ ਵੇਜਿਸ ਫਾਰਮ ਦੇ ਵਿੱਚ। ਨੋਨ ਸਟੈਂਡਰਡਾਈਜ਼ ਵਰਕ ਹੁੰਦਾ, ਪ੍ਰੋਪਰ ਇੱਕ ਫਿਕਸ ਨਹੀਂ ਕੀਤਾ ਹੁੰਦਾ ਕਿ ਦਿਸ ਵਿਲ ਬੀ ਦਾ ਸਟੈਂਡਰਡ ਫਾਰਮ, ਯੂ ਹੈਵ ਟੂ ਪਰਫਾਰਮ ਦਿਸ ਕਾਈਂਡ ਆਫ ਵਰਕ ਐਂਡ ਅਕੋਰਡਿੰਗ ਟੂ ਦੈਟ ਪਰਟੀਕੁਲਰ ਫਾਰਮੈਟ। ਐਂਡ ਡੀਲੇ ਇਨ ਵਰਕ ਆਰ ਫਰੀਕੁਐਂਟ। ਹਮੇਸ਼ਾ ਕੰਮ ਦੇ ਵਿੱਚ ਜਿਹੜੇ ਡਿਲੇਜ਼ ਜਿਹੜੀਆਂ ਮਤਲਬ ਦੇਰੀਆਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਮਤਲਬ ਇੱਕ ਕੁਆਲਿਟੀ ਜਿਹੜੀ ਹੁੰਦੀ ਹੈ ਮੇਨਟੇਨ ਰੱਖਣ ਵਾਸਤੇ ਜਿਹੜਾ ਡਿਲੇ ਹੋ ਸਕਦਾ। ਮੈਂਟਲ ਐਫਰਟਸ ਜਿਹੜੇ ਹੁੰਦੇ ਨੇ ਇਨਵੋਲਵ ਹੁੰਦੇ ਨੇ ਕਾਫੀ ਜ਼ਿਆਦਾ। ਮਤਲਬ ਆਪਾਂ ਨੂੰ ਕੋਈ ਵੀ ਡਿਸੀਜ਼ਨ ਅਸੀਂ ਲੈਣਾ ਤਾਂ ਮੈਂਟਲੀ ਅਸੀਂ ਸੋਚਾਂਗੇ, ਉਸ ਤੋਂ ਬਾਅਦ ਹੀ ਜਾ ਕੇ ਡਿਸੀਜ਼ਨ ਲਵਾਂਗੇ। ਪ੍ਰੋਡਕਸ਼ਨ ਪ੍ਰੋਸੈਸ ਜਿਹੜਾ ਹੋਏਗਾ ਕੰਪਲੈਕਸ ਹੁੰਦਾ, ਕਾਫੀ ਜ਼ਿਆਦਾ ਕੰਪਲੈਕਸਿਟੀਜ਼ ਡਿਫਿਕਲਟੀਜ਼ ਹੁੰਦੀਆਂ ਨੇ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ। ਸੁਪਰਵਿਜ਼ਨ ਜਿਹੜੀ ਹੋਏਗੀ ਹਮੇਸ਼ਾ ਆਪਾਂ ਈਜ਼ੀਲੀ ਕਰ ਸਕਦੇ ਹਾਂ ਇਸ ਤਰ੍ਹਾਂ ਦੇ ਵਰਕ ਦੇ ਵਿੱਚ। ਦੈਨ ਵੈਲਿਊ ਆਫ ਆਊਟਪੁੱਟ ਕੈਨ ਨਾਟ ਬੀ ਇੰਕਰੀਜ਼ਡ ਓਵਰ ਅ ਸਰਟਨ ਲਿਮਿਟ। ਠੀਕ ਹੈ, ਇੱਕ ਲਿਮਿਟ ਤੋਂ ਜ਼ਿਆਦਾ ਅਸੀਂ ਜਿਹੜੀ ਆਊਟਪੁੱਟ ਆ ਉਹਨੂੰ ਇੰਕਰੀਜ਼ ਨਹੀਂ ਕਰ ਸਕਦੇ। ਸੋ ਦੀਜ਼ ਆਰ ਦਾ ਕੇਸਿਸ ਇਨ ਵਿਚ ਵੀ ਕੈਨ ਸੇ ਦੈਟ ਦ ਟਾਈਮ ਵੇਜ ਔਰ ਰੇਟ ਸਿਸਟਮ ਕੈਨ ਬੀ ਇੰਪਲੀਮੈਂਟਡ। ਨੈਕਸਟ ਆ ਜਾਂਦਾ ਜੀ ਪੀਸ ਵੇਜ ਔਰ ਰੇਟ ਸਿਸਟਮ। ਪੀਸ ਵੇਜ ਔਰ ਰੇਟ ਸਿਸਟਮ ਦਾ ਮਤਲਬ ਕੀ ਹੁੰਦਾ, ਵੇਜ ਪੇਮੈਂਟ ਬੇਸਡ ਔਨ ਦਾ ਪਰਫੋਰਮੈਂਸ ਆਫ ਦਾ ਵਰਕਰ। ਠੀਕ ਹੈ, ਮਤਲਬ ਕੀ ਹੁੰਦਾ ਕਿ ਜਿਹੜੀ ਵੇਜ ਪੇਮੈਂਟ ਹੋਏਗੀ ਹਮੇਸ਼ਾ ਆਪਣੀ ਵਰਕਰਸ ਦੀ ਪਰਫੋਰਮੈਂਸ 'ਤੇ ਬੇਸਡ ਹੋਏਗੀ। ਠੀਕ ਹੈ, ਦੈਟ ਇਜ਼ ਦ ਪੀਸ ਵੇਜ। ਮਤਲਬ P is the piece, W is the wage. We can denote it with the PW. N is the number of units produced. R is the rate per unit. ਠੀਕ ਹੈ ਜੀ, ਇੱਕ ਯੂਨਿਟ ਦਾ ਤੁਸੀਂ ਕਿੰਨਾ ਰੇਟ ਫਿਕਸ ਕੀਤਾ ਹੋਇਆ। ਠੀਕ ਹੈ, ਜਿਵੇਂ ਸਪੋਜ਼ 50 ਰੁਪੀਜ਼ ਅਸੀਂ ਇੱਕ ਯੂਨਿਟ ਦਾ ਰੇਟ ਫਿਕਸ ਕੀਤਾ ਹੋਇਆ। ਠੀਕ ਹੈ, ਐਂਡ ਅਸੀਂ ਨੰਬਰ ਆਫ ਯੂਨਿਟਸ ਇੱਕ ਵਰਕਰ ਨੇ ਕਿੰਨੀਆਂ ਪ੍ਰੋਡਿਊਸ ਕੀਤੀਆਂ ਨੇ, 10 ਯੂਨਿਟਸ ਪ੍ਰੋਡਿਊਸ ਕੀਤੀਆਂ ਨੇ, ਤਾਂ 10 into 50 ਕਰ ਦਾਂਗੇ ਅਸੀਂ, ਦੈਟ ਇਜ਼ 500। ਠੀਕ ਹੈ, 10 ਯੂਨਿਟਸ ਉਹਨੇ ਪ੍ਰੋਡਿਊਸ ਕੀਤੀਆਂ ਐਂਡ 50 ਰੁਪੀਜ਼ ਇੱਕ ਯੂਨਿਟ ਦਾ ਰੇਟ ਹੈ। ਅਗਰ ਉਹ ਪ੍ਰੋਡਿਊਸ ਕਰਦਾ ਠੀਕ ਹੈ 1 ਯੂਨਿਟ ਦਾ, ਤਾਂ ਉਹਨੂੰ 500 ਜਿਹੜੀ ਹੋਏਗੀ ਪੇਮੈਂਟ ਕੀਤੀ ਜਾਏਗੀ। ਠੀਕ ਹੈ, ਸੋ ਦਿਸ ਇਜ਼ ਦਾ ਪੀਸ ਵੇਜ ਔਰ ਰੇਟ ਸਿਸਟਮ। ਇਸ ਦੇ ਵਿੱਚ ਕੀ ਹੁੰਦਾ ਰਾਜੇ, ਇਸ ਦੇ ਵਿੱਚ ਵੀ ਆਪਾਂ ਟਾਈਪਸ ਪੜ੍ਹ ਲੈਂਦੇ ਇਹਦੇ ਕੀ ਹੁੰਦੇ ਨੇ। ਇੱਕ ਤਾਂ ਹੁੰਦਾ ਸਟੇਟ ਪੀਸ ਰੇਟ। ਸਟੇਟ ਪੀਸ ਰੇਟ ਦਾ ਮਤਲਬ ਕੀ ਹੁੰਦਾ, ਪੀਸ ਰੇਟ ਇਜ਼ ਇਕੁਅਲ ਟੂ ਸਪੋਜ਼ 6 ਪਰ ਯੂਨਿਟ। ਠੀਕ ਹੈ, ਵਰਕਰ ਪ੍ਰੋਡਿਊਸਸ 200 ਯੂਨਿਟਸ, ਤਾਂ ਇਹਨੂੰ ਮਲਟੀਪਲਾਈ ਕਰ ਦਾਂਗੇ ਤਾਂ ਸਾਡੇ ਕੋਲ ਕੀ ਆ ਜਾਏਗਾ 200 into 6 1200 ਰੁਪੀਜ਼ ਪੇਮੈਂਟ ਕੀਤੀ ਜਾਏਗੀ। ਸਟੇਟ ਪੀਸ ਰੇਟ ਦਾ ਮਤਲਬ ਕੀ ਹੋਏਗਾ ਕਿ ਤੁਸੀਂ ਪੀਸ ਰੇਟ ਡਿਟਰਮਾਈਨ ਕਰਤਾ। ਠੀਕ ਹੈ, ਵਰਕਰ ਕਿੰਨੇ ਪ੍ਰੋਡਿਊਸ ਕਰ ਰਿਹਾ, 200 ਯੂਨਿਟ ਪ੍ਰੋਡਿਊਸ ਕਰ ਰਿਹਾ। ਠੀਕ ਹੈ ਜੀ, ਤੁਹਾਨੂੰ ਮਲਟੀਪਲਾਈ ਡਾਇਰੈਕਟਲੀ ਕਰ ਦਿਓ ਤਾਂ ਤੁਹਾਡੇ ਕੋਲ ਕੀ ਆ ਜਾਏਗਾ, ਆਨਸਰ ਆ ਜਾਏਗਾ ਸਟੇਟ ਪੀਸ ਰੇਟ ਦਾ। ਨੈਕਸਟ ਆ ਜਾਂਦਾ ਜੀ ਇੰਕਰੀਜ਼ਿੰਗ ਪੀਸ ਰੇਟ। ਇੰਕਰੀਜ਼ਿੰਗ ਪੀਸ ਰੇਟ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਲਿਮਿਟ ਫਿਕਸ ਕਰ ਦਾਂਗੇ, ਅਗਰ ਉਸ ਲਿਮਿਟ ਤੋਂ ਜਾ ਕੇ ਜ਼ਿਆਦਾ ਵਰਕਰ ਜਿਹੜਾ ਪ੍ਰੋਡਕਸ਼ਨ ਕਰਦਾ ਤਾਂ ਓਬਵੀਅਸ ਹੈ ਕਿ ਉਸਦੇ ਵਿੱਚ ਕੀ ਹੋਏਗਾ, ਜ਼ਿਆਦਾ ਜਿਹੜੀ ਮਤਲਬ ਪੇਮੈਂਟ ਜਿਹੜੀ ਹੋਏਗੀ ਕਰਨੀ ਪਏਗੀ। ਫਸਟ 50 ਯੂਨਿਟ ਦੇ ਵਿੱਚ ਕੀ ਹੁੰਦਾ, ਸਪੋਜ਼ ਅਗਰ ਪਹਿਲੀਆਂ 50 ਯੂਨਿਟਸ ਪ੍ਰੋਡਿਊਸ ਕਰਦਾ ਤਾਂ 2 ਰੁਪਏ ਫਿਕਸ ਕੀਤਾ ਹੋਇਆ। ਅਗਰ ਅਬਵ 50 ਕਰੇਗਾ ਬਟ 100 ਤੱਕ ਕਰੇਗਾ, ਅਪ ਟੂ 100 ਤੱਕ ਕਰੇਗਾ ਤਾਂ 3 ਰੁਪੀਜ਼ ਕਰ ਦਾਂਗੇ। ਠੀਕ ਹੈ ਜੀ, ਇਫ ਵਰਕਰ ਪ੍ਰੋਡਿਊਸਸ 70 ਯੂਨਿਟਸ ਤਾਂ ਆਪਾਂ ਅਕੋਰਡਿੰਗ ਟੂ ਦੈਟ ਮਲਟੀਪਲਾਈ ਕਰ ਦਾਂਗੇ। ਠੀਕ ਹੈ, ਕਿੱਦਾਂ ਕਰਾਂਗੇ ਆਪਾਂ, 50 ਨੂੰ ਤਾਂ ਕਰ ਦਾਂਗੇ ਜੀ 2 ਦੇ ਨਾਲ, ਕਿੰਨਾ ਆ ਗਿਆ ਸਾਡੇ ਕੋਲ 100। ਠੀਕ ਹੈ ਜੀ, ਜਿਹੜੇ 20 ਰਹਿ ਗਏ ਉਹਨਾਂ ਨੂੰ ਅਸੀਂ ਕਿਹਦੇ ਨਾਲ ਕਰਾਂਗੇ, 3 ਦੇ ਨਾਲ, ਸਾਡੇ ਕੋਲ ਕਿੰਨਾ ਆ ਗਿਆ 60। ਤਾਂ ਪੇਮੈਂਟ ਕਿੰਨੀ ਕਰਾਂਗੇ ਅਸੀਂ 160। ਠੀਕ ਹੈ ਜੀ, ਇੰਕਰੀਜ਼ਿੰਗ ਪੀਸ ਰੇਟ ਮਤਲਬ ਇੱਕ ਲਿਮਿਟ ਫਿਕਸ ਕਰ ਦਾਂਗੇ, ਉਸ ਦੇ ਅਕੋਰਡਿੰਗ ਜਿਹੜਾ ਪੀਸ ਰੇਟ ਹੋਏਗਾ ਇੰਕਰੀਜ਼ਡ ਫਾਰਮ ਦੇ ਵਿੱਚ ਜਿਹੜਾ ਹੋਏਗਾ ਪੇਮੈਂਟ ਕੀਤੀ ਜਾਏਗੀ। ਨੈਕਸਟ ਆ ਜਾਂਦਾ ਡਿਕਰੀਜ਼ਿੰਗ ਪੀਸ ਰੇਟ। ਡਿਕਰੀਜ਼ਿੰਗ ਪੀਸ ਰੇਟ ਦਾ ਮਤਲਬ ਕੀ ਹੁੰਦਾ, ਵੇਜ ਰੇਟ ਡਿਕਰੀਜ਼ਸ ਵਿਦ ਇੰਕਰੀਜ਼ ਇਨ ਆਊਟਪੁੱਟ। ਦਿਸ ਮੈਥਡ ਡਿਸਕਰੇਜ ਦਾ ਐਫੀਸ਼ੀਐਂਟ ਵਰਕਰਸ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਮੋਸਟਲੀ ਅਗਰ ਤੁਸੀਂ ਆਊਟਪੁੱਟ ਜ਼ਿਆਦਾ ਪ੍ਰੋਡਕਸ਼ਨ ਕਰਦੇ ਹੋ, ਠੀਕ ਹੈ, ਇੱਕ ਲਿਮਟ ਤੋਂ ਜ਼ਿਆਦਾ ਕਰਦੇ ਹੋ, ਜਿਵੇਂ ਸਪੋਜ਼ ਆਪਾਂ ਨੇ ਫਸਟ 50 ਤੱਕ ਤਾਂ ਰੱਖਤਾ, ₹3। ਠੀਕ ਹੈ ਜੀ, ਦੈਨ ਅਬਵ 50 ਅਸੀਂ ਨੇ ਰੱਖਤਾ ₹2। ਇਹਦੇ ਵਿੱਚ ਕੀ ਹੋ ਰਿਹਾ, ਡਿਕਰੀਜ਼ ਕਰ ਰਿਹਾ।
ठीक है। इस दे विच की हो रहा सीगा, इंक्रीज़ कर रहा सीगा, ठीक है। तो जिहदे नाल की होएगा, डिस्करेजमेंट हो जाएगी कि इन्हां नूं जिहड़े भी एफिशिएंट वर्कर्स वो सोचणगे कि सानूं इन्ने ज़्यादा प्रोडक्शन करने की लोड़ नहीं हैगी, क्योंकि सानूं जिहड़ा रेट मिलेगा वेजेस का हमेशा घट मिलेगा अगर असीं ज़्यादा प्रोडक्शन करते हैं। ਆਪਾਂ ਰਾਜੀ ਇਹ ਵੀ ਡਿਸਕਸ ਕਰ ਲੈਂਦੇ ਆਪਾਂ ਹੁਣ ਇਹ ਮੈਥਡਸ ਤਾਂ ਪੜ੍ਹ ਲਏ ਦੇ, ਠੀਕ ਹੈ। 3 ਮੈਥਡਸ ਹੁੰਦੇ ਨੇ ਟਾਈਪਸ ਆਫ ਪੀਸ ਰੇਟ ਸਿਸਟਮ ਦੇ। ਹੁਣ ਆਪਾਂ ਇਹ ਵੀ ਪੜ੍ਹ ਲੈਂਦੇ ਕਿ ਜਿਹੜਾ ਪੀਸ ਵੇਜ ਤੇ ਰੇਟ ਸਿਸਟਮ ਹੁੰਦਾ ਸੂਟੇਬਲ ਕਿੱਥੇ ਕਿੱਥੇ ਨਹੀਂ ਹੁੰਦਾ, ਠੀਕ ਹੈ। ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਮਤਲਬ ਜਿਵੇਂ ਆਪਣਾ ਆ ਜਾਂਦਾ ਕਿ ਉੱਥੇ ਸੂਟੇਬਲ ਨਹੀਂ ਹੁੰਦਾ, ਠੀਕ ਹੈ, ਜਿੱਥੇ ਅਮਾਊਂਟ ਆਫ ਵਰਕ ਕੈਨ ਬੀ ਐਕੂਰੇਟਲੀ ਮੈਜਰਡ, ਠੀਕ ਹੈ। ਜਿੱਥੇ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੋਏਗਾ ਉਹਨੂੰ ਐਕੂਰੇਟ ਫਾਰਮ 'ਚ ਮੈਜਰ ਕੀਤਾ ਜਾਂਦਾ, ਉੱਥੇ ਨਹੀਂ ਸੂਟੇਬਲ ਹੁੰਦਾ ਇਹ ਵਾਲਾ ਮੈਥਡ ਜਿਹੜਾ ਹੋਏਗਾ। ਐਂਡ ਇਸ ਤੋਂ ਬਾਅਦ ਆਪਾਂ ਇਹ ਵੀ ਗੱਲ ਕਹਾਂਗੇ ਕਿ ਜਿਹੜੀ ਪ੍ਰੋਡਕਟੀਵਿਟੀ ਹੁੰਦੀ ਹੈ ਉਹਨੂੰ ਕਲੋਜ਼ਲੀ ਆਪਾਂ ਐਫਰਟਸ ਦੇ ਨਾਲ ਰਿਲੇਟ ਕਰ ਦਿੰਦੇ ਹਾਂ, ਠੀਕ ਹੈ। ਮਤਲਬ ਜੇ ਪ੍ਰੋਡਕਟੀਵਿਟੀ ਜਿਹੜੀ ਵੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਆਊਟਪੁੱਟ ਦੀ, ਤਾਂ ਅਸੀਂ ਆਪਣੇ ਜਿਹੜੇ ਵਰਕਰਸ ਦੇ ਐਫਰਟਸ ਦੇ ਨਾਲ ਉਹਨੂੰ ਰਿਲੇਟ ਕਰਕੇ ਦੇਖਦੇ ਹਾਂ, ਤਾਂ ਕਦੇ ਵੀ ਜਿਹੜਾ ਮੈਥਡ ਹੋਏਗਾ ਸੂਟੇਬਲ ਨਹੀਂ ਹੋਏਗਾ। ਸਟੈਂਡਰਡਾਈਜ਼ਡ ਵਰਕ ਹੋਏਗਾ, ਮੈਥਡਸ ਜਿਹੜੇ ਹੋਣਗੇ ਉਹ ਵੀ ਸਟੈਂਡਰਡ ਫਾਰਮ 'ਚ ਫਿਕਸ ਕੀਤੇ ਜਾਣਗੇ ਅਤੇ ਫੋਲੋ ਕਰੇ ਜਾਣਗੇ, ठीक है जी। उस तो बाद आ जाता है कि स्पैशलाइज स्किल की रिक्वायरमेंट नहीं होएगी, क्वांटिटी जी ज़्यादा होएगी, इंपॉर्टेंट होएगी क्वालिटी के नालों, वर्क जोड़ा होएगा रैपिटेटिव नेचर का होएगा, ठीक है। स्पीड जी होगी बहुत इंपॉर्टेंट होएगी, कॉस्ट कंट्रोल जोड़ा होएगा एसेंशियल होएगा। सो ये जोड़े मतलब पॉइंट्स ने आप उत्थे कहांगे कि इट इज़ नॉट सूटेबल। सो इस मैथड पॉइंट्स के विच आपां कहांगे कि जिहड़ा पीस रेट सिस्टम हुंदा है वो सूटेबल नहीं हुंदा, ठीक है जी। सो दीज आर द बेसिकली टाइप्स और मैथड्स ऑफ द wage payment. This is the first video. In next video we will going to discuss the compensation and incentives. Thank you.